12ਵੀਂ ਜਮਾਤ ਦੇ ਚੋਣਵੀਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪਿਆਰੇ ਵਿਦਿਆਰਥੀ ਸਾਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਅੱਜ ਮਿਰਜ਼ਾ ਸਾਹਿਬਾ ਪੀਲੂ ਰਚਿਤ ਕਿੱਸੇ ਦਾ ਜਿਹੜਾ ਪਾਠ 2 ਕਰ ਰਹੇ ਹਾਂ। ਕੱਲ੍ਹ ਆਪਾਂ ਇਸ ਦਾ ਭਾਗ ਪਹਿਲਾ ਕੀਤਾ ਸੀ, ਤਾਂ ਅੱਜ ਇਸ ਕਿੱਸੇ ਦਾ ਜਿਹੜਾ 12ਵੀਂ ਸ਼੍ਰੇਣੀ ਦੇ ਵਿੱਚ ਹੈਗੀਆਂ ਆਪਣੀ ਇਸ ਦੀਆਂ ਬੰਦ ਹੈਗੇ, ਉਸ ਦਾ ਦੂਸਰਾ ਭਾਗ ਆਪਾਂ ਕਰ ਰਹੇ ਹਾਂ। ਤਾਂ ਇਸ ਭਾਗ ਦਾ ਜਿਹੜਾ ਪਹਿਲਾ ਬੰਦ ਹੈ ਉਹ ਹੈ ਮਿਰਜ਼ੇ ਦਾ ਸਾਹਿਬਾਂ ਨੂੰ ਲੈ ਜਾਣਾ, ਕਿ ਜਦੋਂ ਮਿਰਜ਼ਾ ਸਾਹਿਬਾਂ ਨੂੰ ਲੈ ਜਾਂਦਾ ਹੈ ਤਾਂ ਉਦੋਂ ਦਾ ਇਹ ਬਿਆਨ ਹੈ, ਉਦੋਂ ਦਾ ਇਹ ਹਾਲ ਹੈ। ਤਾਂ ਪਹਿਲਾਂ ਬੰਦ ਪੜ੍ਹਦੇ ਹਾਂ ਆਪਾਂ। ਅੱਗੋਂ ਮਿਰਜ਼ਾ ਬੋਲਦਾ, ਤੂੰ ਸੁਣ ਜਾਮ ਲੋਹਾਰ, ਕਿਆ ਸੁੱਤਾ ਕਿਆ ਜਾਗਦਾ, ਕੀ ਤੂੰ ਗਿਆ ਨੇ ਪੁਆਰ, ਮਜ਼ਦੂਰੀ ਲੈ ਲਈ ਆਪਣੀ ਕਿੱਲੀਆਂ ਦੇਈ ਹਜ਼ਾਰ, ਜੇ ਤੂੰ ਭਾਈ ਧਰਮ ਦਾ ਸਾਹਿਬਾ ਤੋਰੀ ਨਾਲ, ਮਿਰਜ਼ੇ ਕਿੱਲੀਆਂ ਗੱਡੀਆਂ ਪੰਜੇ ਪੀਰ ਮਨਾ, ਪੌੜੀ ਪੌੜੀ ਜੱਟ ਚੜ੍ਹ ਗਿਆ, ਉੱਪਰ ਚੜ੍ਹਿਆ ਜਾ, ਉੱਪਰੋਂ ਸਾਹਿਬਾ ਉਤਰੀ ਪੈ ਗਈ ਛਨਕਾਰ। ਤਾਂ ਇਸ ਦੇ ਵਿੱਚ ਇੱਕ ਜਿਹੜਾ ਔਖਾ ਸ਼ਬਦ ਪਿਆਰੇ ਵਿਦਿਆਰਥੀ ਹੋਇਆ ਹੈ ਉਹ ਹੈ ਪੁਆਰ। ਇੱਕ ਲੋਕ ਕਥਾ ਅਨੁਸਾਰ ਪੁਆਰ ਦਾ ਅਰਥ ਹੈ ਕਿ ਜਦੋਂ ਇੱਕ ਵਿਅਕਤੀ ਜਿਸ ਦੀ ਹਾਲੇ ਉਮਰ ਪੂਰੀ ਨਹੀਂ ਹੋਈ ਹੁੰਦੀ, ਪਰ ਉਸ ਨੂੰ ਜਮਦੂਤ ਭੁਲੇਖੇ ਨਾਲ ਜਿਹੜਾ ਹੈ ਉਹ ਲੈ ਜਾਂਦੇ ਹਨ, ਲੋਕ ਲੈ ਜਾਂਦੇ ਹਨ। ਪਰ ਜਦੋਂ ਉਸ ਦੇ ਲੇਖਾਂ ਦਾ ਹਿਸਾਬ ਕੀਤਾ ਜਾਂਦਾ ਹੈ ਤਾਂ ਉਸ ਦੀ ਉਮਰ ਨਾ ਪੂਰੀ ਹੋਣ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਉਸ ਦੇ ਮੁਰਦਾ ਸਰੀਰ ਦੇ ਵਿੱਚ ਦੁਬਾਰਾ ਤੋਂ ਜਾਨ ਪੈ ਜਾਂਦੀ ਹੈ। ਇਸ ਨੂੰ ਪੁਆਰ ਕਿਹਾ ਜਾਂਦਾ ਹੈ। ਤਾਂ ਹੁਣ ਇਸ ਦਾ ਪ੍ਰਸੰਗ ਜੇ ਆਪਾਂ ਲਿਖਣਾ ਹੋਵੇ ਤਾਂ ਹੱਥਲਾ ਕਾਵ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾਕਾਰ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾ ਵਿੱਚੋਂ ਲਈ ਗਈ ਹੈ ਅਤੇ ਇਹ ਸਾਡੀ ਪੁਸਤਕ ਵਿੱਚ ਮਿਰਜ਼ੇ ਦਾ ਸਾਹਿਬਾਂ ਨੂੰ ਲੈ ਜਾਣਾ ਸਿਰਲੇਖ ਅਧੀਨ ਦਰਜ ਹੈ। ਇਸ ਵਿੱਚ ਮਿਰਜ਼ਾ ਸਾਹਿਬਾਂ ਨੂੰ ਉਸਦੇ ਘਰ ਤੋਂ ਉਧਾਲ ਕੇ ਲੈ ਜਾਂਦਾ ਹੈ। ਇਸ ਜਿਹੜਾ ਹੈ ਇਸ ਪ੍ਰਸੰਗ ਦਾ ਬਿਆਨ ਕੀਤਾ ਗਿਆ ਹੈ। ਹਾਂਜੀ, ਅੱਗੇ ਹੈ ਇਸ ਦੀ ਵਿਆਖਿਆ। ਮਿਰਜ਼ਾ ਜਾਮ ਲੋਹਾਰ ਨੂੰ ਸੰਬੋਧਿਤ ਕਰਦਾ ਹੋਇਆ ਉਸ ਨੂੰ ਕਹਿੰਦਾ ਹੈ ਕਿ ਭਾਵੇਂ ਤੂੰ ਜਾਗਦਾ ਹੈ, ਭਾਵੇਂ ਸੁੱਤਾ ਹੋਇਆ ਹੈ, ਜਾਂ ਫਿਰ ਤੂੰ ਪੁਆਰ ਗਿਆ ਹੈ, ਭਾਵ ਕਿ ਤੂੰ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਹੀ ਜਮਲੋਕ ਦੀ ਸੈਰ 'ਤੇ ਗਿਆ ਹੋਇਆ ਹੈ, ਤੂੰ ਉੱਠ ਅਤੇ ਮੈਨੂੰ 1000 ਕਿੱਲੀਆਂ ਬਣਾ ਕੇ ਦੇ। ਮੈਂ ਤੈਥੋਂ ਕੋਈ ਬਗਾਰੀ ਨਹੀਂ ਕਰਾਉਂਦਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੈਨੂੰ ਮੈਂ ਮਜ਼ਦੂਰੀ ਨਹੀਂ ਦਿਆਂਗਾ, ਤੈਨੂੰ ਮੈਂ ਤੇਰੇ ਮਜ਼ਦੂਰੀ ਜਿੰਨੀ ਵੀ ਤੇਰੀ ਬਣਦੀ ਹੈ ਉਹ ਤੂੰ ਲੈ ਲਈ। ਜੇ ਤੂੰ ਧਰਮ ਦਾ ਭਰਾ ਹੈ ਤਾਂ ਸਾਹਿਬਾਂ ਨੂੰ ਮੇਰੇ ਨਾਲ, ਭਾਵ ਮਿਰਜ਼ੇ ਦੇ ਨਾਲ ਤੋਰ ਦੇਈਂ। ਤਾਂ ਉਸ ਤੋਂ ਬਾਅਦ ਮਿਰਜ਼ਾ ਜਿਹੜਾ ਹੈ ਉਹ ਕਿੱਲੀਆਂ ਪੰਜੇ ਪੀਰ ਮਨਾ ਕੇ, 5 ਪੀਰ ਕਿਉਂਕਿ ਇਸਲਾਮ ਧਰਮ ਦੀ ਕਥਾ ਹੈ, ਮੁਸਲਮਾਨੀ ਧਰਮ ਦੀ ਕਥਾ ਹੈ, ਉਸ ਦੇ ਵਿੱਚ 5 ਪੀਰਾਂ ਦਾ ਇੱਕ ਆਪਣਾ ਵਿਸ਼ੇਸ਼ ਸੰਦਰਭ ਹੈ। ਉਹ ਆਪਾਂ ਮੇਰੇ ਖਿਆਲ ਲੋਕ ਕਥਾਵਾਂ ਦੇ ਮਾਧਿਅਮ ਰਾਹੀਂ ਸਾਰੇ ਹੀ ਜਾਣਦੇ ਹਾਂ। ਤਾਂ ਉਹਨਾਂ ਨੇ 5 ਪੀਰਾਂ ਨੂੰ ਮਿਰਜ਼ੇ ਨੇ ਧਿਆ ਕੇ ਜਿਹੜੀਆਂ ਹੈ ਉਹ ਕਿੱਲੀਆਂ ਗੱਡ ਲਈਆਂ ਅਤੇ ਫਿਰ ਉਹ ਪੌੜੀ ਚੜ੍ਹ ਕੇ ਸਾਹਿਬਾ ਜਿੱਥੇ ਉੱਪਰ ਤਿਆਰ ਹੋਈ ਬੈਠੀ ਸੀ ਉਸ ਦੇ ਕਮਰੇ ਦੇ ਵਿੱਚ, ਚੁਬਾਰੇ ਦੇ ਵਿੱਚ, ਉੱਥੇ ਪਹੁੰਚਦਾ ਹੈ। ਅਤੇ ਜਦੋਂ ਸਾਹਿਬਾ ਮਿਰਜ਼ੇ ਦੇ ਨਾਲ ਹੇਠਾਂ ਉਤਰਦੀ ਹੈ ਤਾਂ ਸਾਹਿਬਾਂ ਦੇ ਝਾਂਜਰ ਦੀ ਜਿਹੜੀ ਛਣਕਾਰ ਹੈ ਉਸ ਦੇ ਨਾਲ ਸਾਰਿਆਂ ਨੂੰ ਮਿਰਜ਼ੇ ਦੇ ਸਾਹਿਬਾਂ ਨੂੰ ਲੈ ਜਾਣ ਬਾਰੇ ਪਤਾ ਲੱਗ ਜਾਂਦਾ ਹੈ। ਤਾਂ ਇਹ ਸੀ ਆਪਣਾ ਪਹਿਲਾ ਬੰਦ ਜਿਸ ਦੀ ਆਪਾਂ ਪ੍ਰਸੰਗ 'ਤੇ ਵਿਆਖਿਆ ਕਰ ਲਈ। ਹੁਣ ਆਪਣਾ ਅਗਲਾ ਜਿਹੜਾ ਪ੍ਰਸੰਗ ਚੱਲਦਾ ਹੈ ਉਹ ਹੈ ਸਾਹਿਬਾਂ ਅਤੇ ਮਿਰਜ਼ੇ ਦੀ ਵਾਰਤਾਲਾਪ। ਜਦੋਂ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਜਾਂਦਾ ਹੈ ਤਾਂ ਇਹ ਉਸ ਸਮੇਂ ਦੀ ਵਾਰਤਾਲਾਪ ਹੈ। ਤਾਂ ਕੀ ਕਹਿੰਦੀ ਹੈ ਸਾਹਿਬਾ, ਸਾਲੂ ਦਾ ਪੱਲਾ ਅਟਕਿਆ, ਰੱਤਾ ਕੂ ਬੱਕੀ ਨੂੰ ਫੇਰ,
ਕਹਿੰਦੀ ਹੈ ਕਿ ਮੇਰੇ ਸਾਲੂ ਦਾ ਜਿਹੜਾ ਪੱਲਾ ਹੈ, ਉਸਦੇ ਸਾਲੂ ਦਾ ਪੱਲਾ ਹੈ ਉਹ ਫਸ ਜਾਂਦਾ ਹੈ, ਅਟਕ ਜਾਂਦਾ ਹੈ ਕਿਤੇ। ਤਾਂ ਉਹ ਕਹਿੰਦੀ ਹੈ ਕਿ ਬੱਕੀ ਨੂੰ ਰੋਕ, ਕਿਉਂਕਿ ਉਸਦੇ ਸਾਲੂ ਦਾ ਪੱਲਾ ਫਸ ਗਿਆ ਹੈ, ਅਟਕ ਗਿਆ ਹੈ, ਉਹ ਫਟ ਜਾਵੇਗਾ। ਤਾਂ ਅੱਗੋਂ ਮਿਰਜ਼ਾ ਕੀ ਜਵਾਬ ਦਿੰਦਾ ਹੈ, ਅੱਗੇ ਘਰ ਬਾਪ ਦਾ 9 ਲੱਖਾਂ ਸਾਲੂਆਂ ਦਾ ਲੈ ਦਿਆਂ ਢੇਰ, ਚੜੀ ਰਹਿ ਬੱਕੀ ਦੀ ਬੇਲ 'ਤੇ ਸੁੱਖ ਮਿਰਜ਼ੇ ਦੀ ਲੋੜ। ਤਾਂ ਕਹਿੰਦੀ ਹੈ, ਮਿਰਜ਼ਾ ਕਹਿੰਦਾ ਹੈ ਕਿ ਅੱਗੇ ਮੇਰੇ ਬਾਪ ਦਾ ਘਰ ਹੈ, ਹੁਣ ਆਪਾਂ ਬਾਪ ਦੇ ਘਰ ਚਲੇ ਜਾਣਾ ਹੈ, ਬੰਜਲ ਜੱਟ ਦੇ ਘਰ ਚਲੇ ਜਾਣਾ ਹੈ। ਤਾਂ ਉੱਥੇ ਮਿਰਜ਼ਾ ਕਹਿੰਦਾ ਹੈ ਕਿ ਉਹ ਉਸ ਨੂੰ ਮਿਰਜ਼ਾ ਕਹਿੰਦਾ ਹੈ ਕਿ ਉਹ ਉਸ ਨੂੰ 9 ਲੱਖਾਂ ਸਾਲੂਆਂ ਦਾ ਢੇਰ ਲੈ ਦੇਗਾ, ਜਿੰਨੇ ਉਹ ਚਾਹੇਗੀ ਉਨੇ ਉਸ ਨੂੰ ਸਾਲੂ ਲੈ ਦੇਵੇਗਾ ਮਿਰਜ਼ਾ। ਪਰ ਹੁਣ ਉਹ ਬੱਕੀ ਦੀ ਬੇਲ 'ਤੇ ਬੱਕੀ ਦੀ ਪਿੱਠ 'ਤੇ ਬੱਕੀ ਉੱਪਰ ਚੜ੍ਹੀ ਰਵੇ ਅਤੇ ਮਿਰਜ਼ੇ ਦੀ ਸੁੱਖ ਮਨਾਵੇ, ਮਿਰਜ਼ੇ ਦੀ ਜਿਹੜੀ ਹੈ ਜਾਨ ਦੀ ਉਹ ਖੈਰ ਮਨਾਵੇ। ਤੋ ਅਗਲਾ ਬੰਦ ਹੈ ਜਿਹੜਾ ਉਹ ਵੀ ਅੱਛਾ, ਇਹਦਾ ਜੇ ਆਪਾਂ ਪ੍ਰਸੰਗ ਕਰਨਾ ਹੋਵੇ ਤਾਂ ਇਹ ਉਸੇ ਤਰ੍ਹਾਂ ਹੀ ਆਏਗਾ ਕਿ ਹੱਥਲਾ ਕਾਵਿ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾਕਾਰ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ। ਅਤੇ ਇਸ ਵਿੱਚ ਜਿਹੜਾ ਹੈ ਮਿਰਜ਼ੇ ਅਤੇ ਸਾਹਿਬਾਂ ਦੀ ਵਾਰਤਾਲਾਪ ਦਾ ਜ਼ਿਕਰ ਹੈ, ਜਦੋਂ ਮਿਰਜ਼ਾ ਸਾਹਿਬਾਂ ਨੂੰ ਲੈ ਜਾਂਦਾ, ਘਰੋਂ ਉਧਾਲ ਕੇ ਲੈ ਜਾਂਦਾ ਹੈ। ਤਾਂ ਹਾਂਜੀ, ਹੁਣ ਆਪਾਂ ਅਗਲੀ ਜਿਹੜੀ ਵਾਰਤਾਲਾਪ ਕਿ ਪਹਿਲਾਂ ਤਾਂ ਹੋ ਗਿਆ ਕਿ ਜਦੋਂ ਮਿਰਜ਼ਾ ਕਹਿੰਦਾ ਹੈ ਕਿ ਉਸ ਨੂੰ 9 ਲੱਖਾਂ ਸਾਲੂਆਂ ਦਾ ਢੇਰ ਲੈ ਦੇਵੇਗਾ। ਤਾਂ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਗੀ। ਹੁਣ ਆਪਾਂ ਅਗਲੀ ਜਿਹੜੀ ਆ ਉਹ ਸਲਾਈਡ ਦੇਖਦੇ ਹਾਂ। ਤਾਂ ਇਹ ਹੈ ਹੁਣ ਸਾਹਿਬਾਂ ਜਿਹੜੀ ਹੈ ਮਿਰਜ਼ੇ ਦੀ ਬੱਕੀ ਨੂੰ, ਜਿਹੜੀ ਕਿ ਉਸਦੀ ਘੋੜੀ ਸੀ, ਜਿਸ 'ਤੇ ਉਸ ਨੂੰ ਮਿਰਜ਼ੇ ਨੂੰ ਬਹੁਤ ਮਾਣ ਸੀ, ਉਸ ਦੇ ਉੱਪਰ ਤਣਜ ਕੱਸਦੀ ਹੈ, ਉਸ ਦਾ ਉੱਪਰ ਵਿਅੰਗ ਕਰਦੀ ਹੈ। ਤਾਂ ਕਹਿੰਦੇ ਕਿ ਮਾੜੀ ਤੇਰੀ ਟਹਿਰ ਕੀ ਲਿਆਇਆ ਕਿੱਥੋਂ ਟੋਰ, ਮਾਰੀ ਤੇਰੀ ਟਹਿਰ ਕੀ ਲਿਆਇਆ ਕਿੱਥੋਂ ਟੋਰ, ਸੁੱਕਾ ਇਹਦਾ ਚੌਖਟਾ ਕਾਵਾਂ ਖਾਧੀ ਕਮਰੋੜ, ਜੇ ਘਰ ਨਾ ਆਹੀ ਤੇਰੇ ਬਾਪ ਦੇ ਮੰਗ ਲਿਆਉਂਦੋਂ ਹੋਰ, ਘੋੜੀ ਖੀਵੇ ਖਾਨ ਦੀ ਬੜੀ ਮੁਰਾਤਬ ਖੋਰ, ਨੱਸਦਿਆਂ ਨੂੰ ਭੱਜਦਿਆਂ ਨੂੰ ਜਾਣ ਨਾ ਦੇਣਗੇ, ਉੱਧੜ ਗਈਆਂ ਦੇ ਚੋਰ, ਵਿੱਚ ਉਜਾੜ ਦੇ ਮਾਰਦੇ ਤੇਰੀ ਸੁੱਟਣ ਧੌਣ ਮਰੋੜ। ਤਾਂ ਇਹ ਮਿਰਜ਼ਾ ਇਹ ਸਾਹਿਬਾਂ ਜਿਹੜੀ ਹੈ ਉਹ ਗੱਲ ਕਰ ਰਹੀ ਹੈ। ਮੁਰਾਤਬ ਖੋਰ ਇੱਕ ਸ਼ਬਦ ਹੈ ਇੱਥੇ। ਮੁਰਾਤਬ ਖੋਰ ਦਾ ਅਰਥ ਹੁੰਦਾ ਹੈ ਨਿਹਾਰੀ ਜਾ ਸਕਣ ਵਾਲੀ, ਮਤਲਬ ਕਿ ਜਿਸ ਨੂੰ ਨਿਹਾਰਿਆ ਜਾਵੇ, ਬੜੀ ਸੁੰਦਰ ਕਹਿ ਸਕਦੇ, ਬੜੀ ਸੋਹਣੀ। ਤਾਂ ਇਸ ਵਿੱਚ ਫਿਰ ਵਿਆਖਿਆ ਉਹੀ ਰਹੇਗੀ ਬਸ ਕਿ ਹੱਥਲਾ ਕਾਵਿ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾਕਾਰ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ, ਅਤੇ ਇਹ ਸਾਡੀ ਪਾਠ ਪੁਸਤਕ ਵਿੱਚ ਸਾਹਿਬਾਂ ਅਤੇ ਮਿਰਜ਼ੇ ਦੀ ਵਾਰਤਾਲਾਪ ਸਿਰਲੇਖ ਅਧੀਨ ਦਰਜ ਹੈ। ਭਾਵ ਸਾਹਿਬਾਂ ਅਤੇ ਮਿਰਜ਼ੇ ਦੀ ਵਾਰਤਾਲਾਪ ਸਿਰਲੇਖ ਅਧੀਨ ਦਰਜ ਹੈ। ਤਾਂ ਇਸ ਵਾਰਤਾਲਾਪ ਵਿੱਚ ਸਾਹਿਬਾਂ ਮਿਰਜ਼ੇ ਦੀ ਘੋੜੀ ਉੱਪਰ ਵਿਅੰਗ ਕਰਦੀ ਹੈ। ਉਹ ਕਹਿੰਦੀ ਹੈ ਕਿ ਉਸ ਦੀ ਘੋੜੀ ਬਹੁਤ ਮਾੜੀ ਹੈ, ਉਸ ਦੀ ਘੋੜੀ ਬਹੁਤ ਮਾੜੀ ਹੈ, ਉਸ ਦਾ ਜਿਹੜਾ ਚੌਖਟਾ ਹੈ, ਭਾਵ ਉਸ ਦਾ ਜਿਹੜਾ ਸਰੀਰ ਹੈ ਉਹ ਸੁੱਕਾ ਹੋਇਆ ਹੈ, ਅਤੇ ਉਸ ਦੀ ਜਿਹੜੀ ਉਸ ਦਾ ਚੌਖਟਾ ਸੁੱਕਾ ਹੋਇਆ ਹੈ, ਅਤੇ ਉਸ ਦੀ ਜਿਹੜੀ ਪਿੱਠ ਹੈ ਉਹ ਲੱਕੜ, ਜਿਵੇਂ ਕਾਵਾਂ ਖਾਧੀ ਹੈ, ਕਾਵਾਂ ਨੇ ਖਾ ਕੇ ਜਿਵੇਂ ਕਮਰੋੜ ਲੱਕੜ ਵਰਗੀ ਕਰ ਦਿੱਤੀ ਹੋਵੇ, ਇਸ ਤਰ੍ਹਾਂ ਦੀ ਹੋ ਗਈ ਹੈ। ਜੇ ਮਿਰਜ਼ੇ ਦੇ ਬਾਪ ਦੇ ਘਰ ਕੋਈ ਚੰਗੀ ਘੋੜੀ ਨਹੀਂ ਸੀ ਤਾਂ ਉਸ ਨੂੰ ਇਹ ਚਾਹੀਦਾ ਸੀ ਕਿ ਕਿਸੇ ਹੋਰ ਤੋਂ ਚੰਗੀ ਘੋੜੀ ਮੰਗ ਲਿਆਉਂਦਾ, ਕਿਉਂਕਿ ਜਿਹੜੀ ਖੀਵੇ ਖਾਨ ਦੀ ਘੋੜੀ ਹੈ, ਜਿਹੜੀ ਉਸਦੇ ਬਾਪ ਮਿਰਜ਼ੇ ਸਾਹਿਬਾਂ ਦੇ ਬਾਪ ਦਾ ਨਾਮ ਖੀਵਾ ਖਾਨ ਸੀ, ਜਿਹੜੀ ਖੀਵੇ ਖਾਨ ਦੀ ਘੋੜੀ ਹੈ ਉਹ ਬੜੀ ਮੁਰਾਤਬ ਖੋਰ ਹੈ, ਬਹੁਤ ਸੁੰਦਰ ਹੈ। ਉਸ ਨੂੰ ਦੇਖ ਕੇ ਨਿਹਾਰ ਕੇ ਭੁੱਖ ਲੈਂਦੀ ਹੈ। ਅਤੇ ਉਹ ਜਿਹੜੇ ਹਨ
ਸਿਆਲ ਹਨ ਉਹਨਾਂ ਨੂੰ ਨੱਸਦਿਆਂ ਨੂੰ ਭੱਜਦਿਆਂ ਨੂੰ ਜਾਣ ਨਹੀਂ ਦੇਣਗੇ, ਜਿਨ੍ਹਾਂ ਦੀਆਂ ਜਾਣਦਿਆਂ ਨੂੰ ਨਹੀਂ ਨੱਸਦਿਆਂ ਨੂੰ ਨਹੀਂ ਜਾਣ ਦੇਣਗੇ, ਅਤੇ ਉਹ ਉਜਾੜ ਦੇ ਵਿੱਚ ਹੀ ਤੈਨੂੰ ਤੇਰੀ ਧੌਣ ਮਰੋੜ ਕੇ ਤੈਨੂੰ ਉਹ ਸਾਨੂੰ ਮਾਰ ਦੇਣਗੇ ਅਤੇ ਤੇਰੀ ਧੌਣ ਉਜਾੜ ਦੇ ਵਿੱਚ ਹੀ ਮਰੋੜ ਦੇਣਗੇ। ਸੋ ਇਹ ਸੀ ਸਾਹਿਬਾਂ ਜਿਹੜਾ ਗੱਲ ਕਰਦੀ ਹੈ। ਹੁਣ ਅੱਗੋਂ ਮਿਰਜ਼ਾ ਕੀ ਜਵਾਬ ਦਿੰਦਾ ਹੈ ਉਹ ਅਗਲੇ ਜਿਹੜਾ ਉਸ ਦੇ ਵਿੱਚ ਹੈ। ਮਿਰਜ਼ਾ, ਕੰਨ ਲੰਮੇ ਖੁਰ ਪਤਲੇ ਦੁਮ ਬੱਕੀ ਦੀ ਸਿਆਹ, ਦੇਖ ਕੇ ਇਸ ਦੀ ਤੋਰ ਨੂੰ ਤੂੰ ਝੋਰੇ ਚਿੱਤ ਨਾ ਪਾ। ਕਹਿੰਦਾ ਹੈ ਕਿ ਇਸ ਦੇ ਕੰਨ ਜਿਹੜੇ ਹਨ ਉਹ ਲੰਮੇ ਹਨ ਅਤੇ ਖੁਰ ਪਤਲੇ ਅਤੇ ਪੂਛ ਦੁਮ ਇਸ ਦੀ ਸਿਆਹ ਹੈ, ਭਾਵ ਇਹ ਨਸਲ ਦੀ ਬੜੀ ਵਧੀਆ ਨਸਲ ਦੀ ਘੋੜੀ ਹੈ। ਅਤੇ ਤੈਨੂੰ ਇਸ ਦੀ ਚਾਲ ਨੂੰ ਵੇਖ ਕੇ, ਇਸ ਦੀ ਹੌਲੀ ਹੌਲੀ ਚਾਲ ਨੂੰ ਵੇਖ ਕੇ ਆਪਣਾ ਚਿੱਤ ਝੋਰੇ ਵਿੱਚ ਨਹੀਂ ਪਾਉਣਾ ਚਾਹੀਦਾ, ਭਾਵ ਤੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਚਾਹੀਦੀ। ਤੋ ਅਗਲੀ ਸਲਾਈਡ ਦੇਖੋ, ਉਸੇ ਦਾ ਹੀ ਭਾਗ ਹੈ ਵੀ ਬਈ ਡੋਗਰ ਜਿਨ੍ਹਾਂ ਦੇ ਬਹਿਣ ਪੁਆਂਦੀ ਆ, ਬਾਪ ਦੇ ਖਤਿਆਂ ਚਰ ਕੇ ਬੱਕੀ ਨੇ ਲਈਆਂ ਬਣਾ, 10 ਮਈਆਂ ਦਾ ਘਿਓ ਮੈਂ ਦਿੱਤਾ ਬੱਕੀ ਦੇ ਢਿੱਡ ਪਾ, ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਤੋਂ ਡਰੇ ਖੁਦਾ, ਚੁੱਭੀ ਵਿੱਚ ਪਤਾਲ ਲਾ, ਉੱਡ ਕੇ ਚੜ੍ਹੇ ਆਕਾਸ਼, ਚੜ੍ਹਨਾ ਆਪਣੀ ਮੌਜ ਨੂੰ ਬੱਕੀ ਨੂੰ ਲਾਜ ਨਾ ਲਾ। ਤੋ ਇਸ ਬੰਦ ਦੇ ਵਿੱਚ ਉਹ ਕਹਿੰਦਾ ਹੈ ਕਿ ਜਿਨ੍ਹਾਂ ਦੇ ਡੋਗਰ ਆ ਕੇ ਜਿਹੜੇ ਸਰਦਾਰ ਹਨ, ਜਿਹੜੇ ਚੌਧਰੀ ਹਨ, ਉਹਨਾਂ ਦੇ ਆਗੇ ਪੁਆਇੰਦੀਆਂ ਸਾਡੇ ਬਾਪ ਦੇ ਬਹਿੰਦੇ ਹਨ, ਇਹ ਉਸ ਦੀ ਘੋੜੀ ਹੈ। ਅਤੇ ਬੱਕੀ ਨੇ ਬਾਪ ਦੇ ਖੱਤਿਆਂ ਦੇ ਵਿੱਚ ਚਰ ਚਰ ਕੇ ਆਪਣੀ ਇਹ ਸਰੀਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਾ ਲਿਆ ਹੈ। ਅਤੇ 10 ਮਈਆਂ ਦਾ ਘਿਓ ਮਿਰਜ਼ਾ ਕਹਿੰਦਾ ਹੈ ਕਿ ਬੱਕੀ ਦੇ ਢਿੱਡ ਦੇ ਵਿੱਚ ਪਾ ਦਿੱਤਾ ਹੈ, ਬੱਕੀ ਨੂੰ ਚਾਰ ਦਿੱਤਾ ਹੈ, ਭਾਵ ਕਿ ਉਸ ਦੀ ਖੁਰਾਕ ਬਹੁਤ ਵਧੀਆ ਉਸ ਨੂੰ ਖੁਰਾਕ ਦਿੱਤੀ ਜਾਂਦੀ ਹੈ। ਅਤੇ ਬੱਕੀ ਉਸ ਦੀ ਇੰਨੀ ਕਮਾਲ ਦੀ ਹੈ ਕਿ ਉਸ ਤੋਂ ਫਰਿਸ਼ਤੇ ਵੀ ਡਰਦੇ ਹਨ, ਅਤੇ ਮੇਰੇ ਤੋਂ ਭਾਵ ਮਿਰਜ਼ੇ ਤੋਂ ਜਿਹੜਾ ਹੈ ਉਹ ਖੁਦਾ ਡਰਦਾ ਹੈ, ਰੱਬ ਮਿਰਜ਼ੇ ਤੋਂ ਡਰਦਾ ਹੈ ਅਤੇ ਉਸ ਦੀ ਬੱਕੀ ਤੋਂ ਖੁਦਾ ਦੇ ਜਿਹੜੇ ਫਰਿਸ਼ਤੇ ਹਨ ਉਹ ਬੱਕੀ ਤੋਂ ਡਰਦੇ ਹਨ। ਤਾਂ ਅੱਗੇ ਆਪਣੀ ਬੱਕੀ ਬਾਰੇ ਹੋਰ ਕੀ ਕਹਿੰਦਾ ਉਹ ਕਿ ਚੁੱਭੀ ਵਿੱਚ ਪਤਾਲ ਲਾ, ਉੱਡ ਕੇ ਚੜ੍ਹੇ ਆਕਾਸ਼, ਕਿ ਇਹ ਇੰਨੀ ਤਾਕਤਵਰ ਅਤੇ ਫੁਰਤੀਲੀ ਹੈ ਕਿ ਇੱਕ ਪਲ ਦੇ ਵਿੱਚ ਪਤਾਲ ਦੇ ਵਿੱਚ ਚੁੱਭੀ ਲਾ ਕੇ ਦੂਸਰੇ ਹੀ ਪਲ ਇਹ ਆਕਾਸ਼ ਵਿੱਚ ਉੱਡ ਕੇ ਚੜ੍ਹ ਸਕਦੀ ਹੈ। ਚੜ੍ਹਨਾ ਆਪਣੀ ਮੌਜ ਨੂੰ ਬੱਕੀ ਨੂੰ ਲਾਜ ਨਾ ਲਾ, ਕਿ ਤੂੰ ਬੱਕੀ ਦੇ ਉੱਪਰ ਬੈਠਣਾ ਹੈ ਜਾਂ ਨਹੀਂ ਬੈਠਣਾ ਹੈ, ਇਹ ਤੇਰੀ ਆਪਣੀ ਮੌਜ ਹੈ, ਇਹ ਤੂੰ ਵੇਖਣਾ ਹੈ, ਤੇਰੀ ਮਰਜ਼ੀ ਹੈ, ਤੇਰੀ ਇੱਛਾ ਹੈ ਤੂੰ ਬੈਠ, ਨਹੀਂ ਤਾਂ ਤੂੰ ਨਾ ਬੈਠ, ਇਹ ਤੇਰੀ ਇੱਛਾ ਹੈ, ਪਰ ਮੇਰੀ ਬੱਕੀ ਨੂੰ ਲਾਜ ਨਾ ਲਾ, ਮੇਰੀ ਬੱਕੀ ਦੇ ਉੱਪਰ ਕੋਈ ਸਵਾਲ ਨਾ ਉਠਾ। ਜੇ ਇਹ ਸੀ ਤੁਹਾਡੀ ਪ੍ਰਸੰਗ ਸਾਹਿਤ ਵਿਆਖਿਆ ਇਸ ਬੰਦ ਦੀ। ਤਾਂ ਇਹ ਵਾਲਾ ਜਿਹੜਾ ਮਿਰਜ਼ੇ ਦਾ ਪਾਠ ਹੈ, ਮਿਰਜ਼ੇ ਦਾ ਜਵਾਬ ਹੈ, ਇਸ ਦਾ ਪ੍ਰਸੰਗ ਜੇ ਆਪਾਂ ਲਿਖਣਾ ਹੋਵੇ ਤਾਂ ਇੱਕ ਸ਼ਬਦ ਆਇਆ ਇਹ 'ਚ ਦੁਮ ਪੂਛ ਨੂੰ ਕਹਿੰਦੇ ਆ, ਸਿਆਹ ਜਿਹੜਾ ਹੈ ਉਹ ਕਾਲੇ ਰੰਗ ਨੂੰ ਕਹਿੰਦੇ ਹਨ। ਤਾਂ ਕਹਿੰਦਾ ਕਿ ਝੋਰਾ ਤਾਂ ਆਪਾਂ ਨੂੰ ਪਤਾ ਹੀ ਹੈ, ਫਿਕਰ। ਤੋ ਅਰਥ ਜਿਹੜੇ ਹਨ ਉਹ ਇਸ ਤਰ੍ਹਾਂ ਹਨ ਕਿ ਆਪਾਂ ਜਿਹੜੇ ਪ੍ਰਸੰਗ ਦੇਖੀਏ ਕਿ ਵੈਸੇ ਮੇਰੇ ਅਕੋਰਡਿੰਗ ਇਹ ਸਭ ਤੋਂ ਇੰਪੋਰਟੈਂਟ ਬੰਦ ਹੈ ਇਸ ਜਿੰਨੀ ਵੀ ਆਪਾਂ ਹੁਣ ਤਾਈਂ ਕੀਤੇ ਹਨ ਪ੍ਰਸੰਗ ਸਾਹਿਤ ਵਿਆਖਿਆ ਕੀਤੀ ਹੈ, ਕਿਉਂਕਿ ਇਸ ਦੇ ਵਿੱਚੋਂ ਕਈ ਵਾਰ ਆਉਂਦਾ ਹੈ। ਤੋ ਇਸ ਦਾ ਪ੍ਰਸੰਗ ਇਸ ਤਰ੍ਹਾਂ ਹੈ ਕਿ ਹਥਲਾ ਕਾਵ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਪਾਠ ਪੁਸਤਕ, 12ਵੀਂ ਸ਼੍ਰੇਣੀ ਦੀ 94ਵੀਂ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾਕਾਰ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਾਡੀ ਪਾਠ ਪੁਸਤਕ ਵਿੱਚ ਸਾਹਿਬਾਂ ਅਤੇ ਮਿਰਜ਼ੇ ਦੀ ਵਾਰਤਾਲਾਪ ਸਿਰਲੇਖ ਅਧੀਨ ਦਰਜ ਹੈ। ਇਸ ਬੰਦ ਵਿੱਚ ਮਿਰਜ਼ਾ
ਆਪਣੀ ਘੋੜੀ ਦੀ ਸਿਫਤ ਕਰਦਾ ਹੈ, ਉਸ ਦੀ ਘੋੜੀ ਬਾਰੇ ਦੱਸਦਾ ਹੈ। ਤਾਂ ਹੁਣ ਕਹਿੰਦਾ ਕੀ ਹੈ ਮਿਰਜ਼ਾ, ਪਹਿਲਾਂ ਵੀ ਵੇਖਿਆ ਸੀਗਾ ਇਸ ਸਲਾਈਡ ਦੀਆਂ, ਇਹ ਜਿਹੜੀ ਇਹ ਵਾਲੀ ਸਲਾਈਡ ਹੈ ਇਸ ਦੀਆਂ ਲਾਸਟ 2 ਲਾਈਨਾਂ ਮਿਰਜ਼ੇ ਵਾਲੀਆਂ। ਤਾਂ ਉਹ ਕਹਿੰਦਾ ਹੈ ਕਿ ਉਸ ਦੀ ਘੋੜੀ ਦੇ ਕੰਨ ਪਤਲੇ ਹਨ, ਉਸ ਦੇ ਘੋੜੀ ਦੇ ਕੰਨ ਲੰਮੇ ਹਨ, ਖੁਰ ਭਾਵ ਪੈਰ ਉਸ ਦੇ ਪਤਲੇ ਹਨ ਅਤੇ ਪੂਛ ਉਸ ਦੀ ਦੋਮੁੱਛ ਦੀ ਸਿਆਹ ਹੈ। ਅਤੇ ਉਸ ਨੂੰ ਜਿਹੜਾ ਹੈ ਉਸ ਦੀ ਇਹ ਹੌਲੀ ਹੌਲੀ ਚੱਲਦੀ ਚਾਲ ਵੇਖ ਕੇ ਜਿਹੜਾ ਹੈ ਉਹ ਆਪਣਾ ਚਿੱਤ ਫਿਕਰ ਦੇ ਵਿੱਚ ਨਹੀਂ ਪਾਉਣਾ ਚਾਹੀਦਾ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਦੀ ਘੋੜੀ ਇੱਕ ਨਸਲੀ ਘੋੜੀ ਹੈ। ਅਤੇ ਮਿਰਜ਼ਾ ਅੱਗੋਂ ਕਹਿੰਦਾ ਹੈ ਕਿ ਉਹ ਉਸ ਦੇ ਬਾਪ ਕੋਲ ਕਹਿੰਦੀ ਹੈ ਕਿ ਘੋੜੀ ਨਹੀਂ ਹੈ, ਤਾਂ ਉਹ ਕਹਿੰਦਾ ਕਿ ਡੂਗਰ ਵੀ ਉਸ ਦੇ ਆ ਕੇ ਪੁਆਇੰਦੀਆਂ ਬਹਿੰਦੇ ਹਨ। ਅਤੇ ਬੱਕੀ ਨੇ ਬਾਪ ਦੇ ਖੱਤਿਆਂ ਦੇ ਵਿੱਚ ਚੜ੍ਹ ਕੇ ਚਰ ਕੇ ਘਾਹ ਖਾ ਕੇ ਆਪਣਾ ਇਹ ਪਿੰਡਾ ਜਿਹੜਾ ਇਸ ਤਰ੍ਹਾਂ ਦਾ ਬਣਾ ਲਿਆ ਹੈ। ਤਾਂ 10 ਮਹੀਨਿਆਂ ਦਾ ਜਿਹੜਾ ਘਿਓ ਕਹਿੰਦਾ ਕਿ ਉਸ ਨੂੰ ਚਾਰ ਦਿੱਤਾ ਹੈ, ਉਸ ਨੂੰ ਬਹੁਤ ਵਧੀਆ ਖੁਰਾਕ ਮੈਂ ਦਿੱਤੀ ਹੈ। ਅਤੇ ਬੱਕੀ ਇੰਨੀ ਫੁਰਤੀਲੀ ਹੈ ਕਿ ਉਸ ਤੋਂ ਫਰਿਸ਼ਤੇ ਵੀ ਡਰਦੇ ਹਨ ਅਤੇ ਮਿਰਜ਼ੇ ਤੋਂ ਰੱਬ ਖੁਦ ਡਰਦਾ ਹੈ। ਤਾਂ ਬੱਕੀ ਬਾਰੇ ਹੋਰ ਦੱਸਦਾ ਹੈ, ਕਹਿੰਦਾ ਚੁੱਭੀ ਲਾ ਪਤਾਲ ਵਿੱਚ, ਕਿ ਇਹ ਇੱਕ ਹੀ ਪਲ ਦੇ ਵਿੱਚ ਪਤਾਲ ਵਿੱਚ ਚੁੱਭੀ ਲਾ ਕੇ ਦੂਸਰੇ ਪਲ ਆਕਾਸ਼ ਦੇ ਵਿੱਚ ਚੜ੍ਹ ਸਕਦੀ ਹੈ, ਕਿ ਜੇ ਸਾਹਿਬਾਂ ਦਾ ਮਨ ਹੋਵੇ ਤਾਂ ਉਹ ਉਸ ਦੇ ਨਾਲ ਜਾਵੇ, ਨਹੀਂ ਤਾਂ ਨਾ ਜਾਵੇ। ਪਰ ਮਿਰਜ਼ਾ ਇਹ ਗੱਲ ਕਹਿੰਦਾ ਹੈ ਕਿ ਉਸ ਦੀ ਬੱਕੀ ਨੂੰ ਲਾਜ ਨਾ ਲਾਵੇ, ਪਰ ਉਸ ਦੀ ਬੱਕੀ 'ਤੇ ਕੋਈ ਸਵਾਲ ਨਾ ਉਠਾਵੇ। ਤਾਂ ਇਹ ਤੁਹਾਡੀ ਅੱਜ ਦੀ ਪ੍ਰਸੰਗ ਸਹਿਤ ਵਿਆਖਿਆ ਹੈ। ਤੁਸੀਂ ਇਸ ਨੂੰ ਜਿਹੜਾ ਹੈ ਸਮਝਣਾ ਹੈ ਅਤੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨਾ ਹੈ। ਅੱਗੇ ਆਪਾਂ ਜਿਹੜਾ ਹੈ ਕੱਲ੍ਹ ਨੂੰ ਅਗਲਾ ਪ੍ਰਸੰਗ ਕਰਾਂਗੇ। ਧੰਨਵਾਦ ਜੀ।